ਸਰ ਸਾਡੇ ਵੇਖਣ ਵਾਲੋਂ ਇਹ ਤੇ ਦੱਸੋ ਸਭ ਤੋਂ ਪਹਿਲੇ ਕਿ ਪਾਕਿਸਤਾਨ ਦੇ ਅੰਦਰ ਖਾਦਾਂ ਦੀ ਜ਼ਰੂਰਤ ਕਿੰਨੀ ਹੁੰਦੀ ਹੈ ਔਰ ਕਿੰਨੀ ਲੋਕਲ ਪੈਦਾਵਾਰ ਹੈ। जी अस्सलाम वालेकुम रिजवान साहब, थैंक यू वेरी मच फॉर हैविंग मी। ਇਹ ਬੜਾ ਪਰਟੀਨੈਂਟ ਕੁਐਸਚਨ ਤੁਸੀਂ ਕੀਤਾ ਕਿ ਇਹਦਾ ਪਹਿਲੇ ਪੂਰਾ ਇਹਾਤਾ ਕਰ ਦਿਓ ਕਿ ਪਾਕਿਸਤਾਨ ਦੀ ਐਗਰੀਕਲਚਰ ਹੈ ਕਿੰਨੀ ਹੈ ਔਰ ਇਹਦੇ ਅੰਦਰ ਖਾਦਾਂ ਦੀ ਜ਼ਰੂਰਤ ਕਿੰਨੀ ਹੈ। ਜੀ ਕੋਈ ਤਕਰੀਬਨ ਸਾਡੇ ਕੋਲ 57 ਮਿਲੀਅਨ ਏਕੜ ਦੇ ਉੱਤੇ ਫਾਰਮਿੰਗ ਹੁੰਦੀ ਹੈ ਜੀ ਇੱਕ ਸਾਲ ਦੇ ਅੰਦਰ। ਔਰ ਸਾਡੇ ਕੋਲ ਜਿਹੜੀ ਨਾਈਟ੍ਰੋਜਨ ਜਾਂ ਯੂਰੀਆ ਦੀ ਕੈਲੋ ਰਿਕੁਆਇਰਮੈਂਟ ਹੈ ਉਹ ਤਕਰੀਬਨ ਕੋਈ 6.7 ਮਿਲੀਅਨ 67 ਲੱਖ ਟਨ, ਜੀ ਜਦੋਂ ਕਿ ਟਨ 'ਚ ਤੁਹਾਨੂੰ ਪਤਾ 20 ਬੋਰੀਆਂ ਹੁੰਦੀਆਂ ਜੀ। ਔਰ ਜਿਹੜੀ ਡੀਏਪੀ ਦੀ ਕੰਜ਼ੰਪਸ਼ਨ ਹੈ ਕਦੀ ਸਾਡੇ ਕੋਲ ਕੋਈ 22-23 ਮਿਲੀਅਨ 2.2 ਮਿਲੀਅਨ 22-23 ਲੱਖ ਮੈਟ੍ਰਿਕ ਟਨ ਇਸਤੇਮਾਲ ਹੁੰਦੀ ਸੀ, ਲੇਕਿਨ ਪਿਛਲੇ ਕੋਈ 7-8 ਸਾਲ ਤੋਂ ਕੰਟੀਨਿਊਸ ਦੀਆਂ ਕੀਮਤਾਂ ਵੱਧਦੀਆਂ ਗਈਆਂ ਜੀ। ਔਰ ਜੋ ਮਈਅਰ ਅਸੀਂ ਲੈਣੀਆਂ ਸਨ ਆਪਣੇ ਫਾਰਮਰਸ ਨੂੰ ਪ੍ਰੋਟੈਕਟ ਕਰਨ ਲਈ ਜਾਂ ਉਹਦੀ ਯੀਲਡ ਇਨਕਰੀਜ਼ ਕਰਨ ਲਈ, ਉਹ ਅਨਫੋਰਚੂਨੇਟਲੀ ਅਸੀਂ ਨਹੀਂ ਲੈ ਸਕੇ, ਜਿਸ ਵਜ੍ਹਾ ਨਾਲ ਫਾਰਮਰ ਦਾ ਵਾਰਾ ਜਿਹੜਾ ਜਾਂ ਉਹਨੂੰ ਬਾਇੰਗ ਪਾਵਰ ਜਿਹੜੀ ਉਹ ਚੈਲੰਜ ਹੁੰਦੀ ਚਲੀ ਗਈ। ਔਰ ਅੱਜ ਅਸੀਂ ਕੋਈ ਤਕਰੀਬਨ 1.3 ਮਿਲੀਅਨ ਟਨ ਜਾਂ 13 ਲੱਖ ਤੇ ਆ ਗਏ। ਜਦੋਂ ਅਸੀਂ 22 ਲੱਖ ਮੈਟ੍ਰਿਕ ਟਨ ਵੀ ਇਸਤੇਮਾਲ ਕਰਦੇ ਸਾਂ ਉਦੋਂ ਵੀ ਅਗਰ 57 ਮਿਲੀਅਨ ਏਕੜ ਤੇ ਜਾ ਕੇ ਦੇਖੋ ਤੇ ਤਕਰੀਬਨ ਅੱਧਾ ਬੈਗ ਫੀ ਸਾਲ ਡੀਏਪੀ ਦਾ ਇਸਤੇਮਾਲ ਹੁੰਦਾ ਸੀ, ਜਿਹੜਾ ਕਿ ਬਿਲਕੁਲ ਹੀ ਨੋਮੀਨਲ ਹੈ, ਬਲਕਿ ਮੈਂ ਸਮਝਦਾ ਪੈਸੇ ਜ਼ਾਇਆ ਕਰਨ ਵਾਲੀ ਗੱਲ ਹੈ ਜੀ। ਪਾਕਿਸਤਾਨ 'ਚ ਡੀਏਪੀ ਦਾ ਕਮ ਅਜ਼ ਕਮ ਇਸਤੇਮਾਲ ਜਿਹੜਾ 35 ਲੱਖ ਟਨ ਇਸਤੇਮਾਲ ਹੋਣਾ ਚਾਹੀਦਾ ਫਾਸਫੋਰਸ, ਅਗਰ ਮੈਂ ਬੈਲੈਂਸ ਯੂਜ਼ ਆਫ ਫਰਟੀਲਾਈਜ਼ਰ ਦੀ ਗੱਲ ਕਰਾਂ, ਕਿਉਂਕਿ ਦੁਨੀਆ ਰੇਸ਼ੋ ਜਿਹੜੀ ਹੈ ਉਹ 2:1:1 ਇਜ਼ ਅ ਸਟੈਂਡਰਡ ਰੇਸ਼ੋ। ਠੀਕ ਹੈ। ਅਗਰ ਤੁਸੀਂ 2 ਬੈਗ ਯੂਰੀਆ ਦੇ ਇਸਤੇਮਾਲ ਕੀਤੇ ਨੇ ਤੇ ਇੱਕ ਬੈਗ ਜਿਹੜਾ ਉਹ ਡੀਏਪੀ ਦਾ ਜਾਂ ਇਕੁਇਵਲੈਂਟ ਉਹਦੀ ਮਿਕਦਾਰ 23 ਕਿਲੋ ਫਾਸਫੋਰਸ ਉਹ ਪਾਏਗਾ, ਔਰ ਫਿਰ ਇੱਕ ਬੈਗ ਜਿਹੜਾ ਪੋਟੈਸ਼ ਦਾ ਪਾਓਗੇ ਤੇ ਇਹਨੂੰ ਮੇਜਰ ਨਿਊਟ੍ਰੀਐਂਟ ਦਾ ਬੈਲੈਂਸ ਕਹਿ ਸਕਦੇ ਹੋ। ਸਹੀ। ਅਦਰਵਾਈਜ਼ ਤਕਰੀਬਨ ਕੋਈ 19 ਨਿਊਟ੍ਰੀਐਂਟ ਨੇ, 17-19 ਜਿਹੜੇ ਕਿ ਪੌਦੇ ਐਕਚੁਅਲੀ ਥੋੜੀ ਮਿਕਦਾਰ 'ਚ ਲੈਂਦੇ ਨੇ, ਉਹ ਵੀ ਪਾਣੇ ਬੜੇ ਜ਼ਰੂਰੀ ਨੇ। ਔਰ ਪਾਕਿਸਤਾਨ ਦੇ ਅੰਦਰ ਦੀ 60, 70, 30, 40% ਤੱਕ ਕਮੀ ਹੋ ਚੁੱਕੀ ਹੈ ਤੇ ਉਹ ਇਹਨਾਂ ਸਾਰੀ ਚੀਜ਼ਾਂ ਨੂੰ ਅਗਰ ਮਿਲਾ ਕੇ ਦੱਸਾਂ ਤੇ ਤਕਰੀਬਨ ਕੋਈ 10 ਮਿਲੀਅਨ ਟਨ ਦੀ ਪਾਕਿਸਤਾਨ ਦੀ ਫਰਟੀਲਾਈਜ਼ਰ ਦੀ ਮਾਰਕੀਟ ਹੈ ਜੀ। ਸਹੀ ਹੈ। ਅੱਛਾ ਖਾਲਿਦ ਖੋਖਰ ਸਾਹਿਬ, ਤੁਸੀਂ ਇੱਕ ਦਫਾ ਪਹਿਲੇ ਵੀ ਸਾਲ 1.5 ਸਾਲ ਪਹਿਲੇ ਵੀ ਹਕੂਮਤ ਨੂੰ ਖਬਰਦਾਰ ਕੀਤਾ ਸੀਗਾ, ਉਸ ਵੇਲੇ ਵੀ ਹਕੂਮਤ ਨੇ ਪਹਿਲੇ ਤੁਹਾਡੀ ਗੱਲ ਤੇ ਧਿਆਨ ਨਹੀਂ ਮਾਰਿਆ ਤੇ ਬਾਅਦ 'ਚ ਬੁਹਰਾਨ ਆ ਗਿਆ ਖਾਦ ਦਾ। ਹੁਣ ਫਿਰ ਤੁਸੀਂ ਬੜੀ ਦੇਰ ਤੋਂ ਇਹ ਗੱਲ ਕਰ ਰਹੇ ਸੀ ਕਿ ਪਾਕਿਸਤਾਨ ਦੇ ਅੰਦਰ ਜਿਹੜਾ ਹੈ ਖਾਦ ਦਾ ਬੁਹਰਾਨ ਆਉਣ ਵਾਲਾ ਹੈ, ਲੇਕਿਨ ਚੂੰਕਿ ਸਾਡੇ ਹੁਕਮਰਾਨ ਜਿਹੜੇ ਹੈ ਨੇ ਹੋਰ ਬੜੀ ਮਸਰੂਫੀਆਤ 'ਚ ਮਗਨ ਹੁੰਦੇ ਨੇ, ਉਸ ਵੇਲੇ ਸੁਣਿਆ ਨਹੀਂ ਹੈ। ਔਰ ਹੁਣ ਜਨਾਬ ਆਲੀ ਜਦੋਂ ਬਿਲਕੁਲ ਬੁਹਰਾਨ ਬੂਹੇ ਦੇ ਉੱਤੇ ਆ ਗਿਆ ਤੇ ਹੁਣ ਹੋਸ਼ ਆਈ ਹੈ ਕਿ ਵਾਕਈ ਯਾਰ ਐਕੀ ਤਾਂ ਮਾਮਲਾਤ ਖਰਾਬ ਨੇ। ਤੇ ਖੋਖਰ ਸਾਹਿਬ ਸਾਡੇ ਵੇਖਣ ਨੂੰ ਦੱਸੋ ਕਿ ਇਹ ਮਾਮਲਾ ਜਿਹੜੇ ਨੇ ਇਹ ਖਰਾਬੀ ਦੇ ਜ਼ਿੰਮੇਦਾਰ ਕੌਣ ਨੇ? ਕਿਆ ਇਹਨਾਂ ਨੂੰ ਪਹਿਲੇ ਅੰਦਾਜ਼ਾ ਨਹੀਂ ਸੀ ਕਿ ਖਿੱਤੇ ਦੇ ਵਿੱਚ ਜਿਹੜੀ ਜੰਗ ਛਿੜੀ ਹੈ ਉਹਦੇ ਨਾਲ ਖਾਮ ਮਾਲ ਜਿਹੜਾ ਹੈ ਉਹ ਘਟੇਗਾ, ਨਹੀਂ ਪਹੁੰਚੇਗਾ? जी बहुत शुक्रिया। पहली चीज तो है कि सिर्फ पाकिस्तान वास्ते बहरान नहीं है, दुनिया के बेशतर ममालिक के बहरान है, क्योंकि गल्फ कंट्री, मिडल ईस्ट कंट्री इन्हां सब दे विच प्रोडक्शन नहीं हो रही और अपना हॉर्मस बंद है, ਉਹਦੀ ਵਜ੍ਹਾ ਨਾਲ ਉਹਦੀ ਟਰਾਂਸਪੋਰਟੇਸ਼ਨ ਦਾ ਮਸਲਾ ਹੈ। ਇਸ ਵਾਸਤੇ ਦੁਨੀਆ ਦੇ ਵਿੱਚ ਖਾਦ ਦੀ ਆਮਦ ਰਫਤ ਦਾ ਬੜਾ ਮਸਲਾ ਬਣਿਆ ਹੋਇਆ ਹੈ। ਤੁਹਾਡੇ ਸਾਹਮਣੇ ਜਿਹੜੇ ਵੱਡੇ ਮੁਲਕ ਨੇ, ਚਾਈਨਾ, ਖਸੂਸਨ ਇੰਡੀਆ ਸਾਡਾ ਦੁਸ਼ਮਣ ਮੁਲਕ ਹੈ, ਉੱਥੇ ਇਸ ਵਕਤ ਬਹੁਤ ਬੜੀ ਸ਼ਾਰਟੇਜ ਹੈ। ਹਾਲਾਂਕਿ ਸਾਨੂੰ ਉਸ ਤਰ੍ਹਾਂ ਦੀ ਸ਼ਾਰਟੇਜ ਦਾ ਸਾਹਮਣਾ ਨਹੀਂ ਹੈ ਇਸ ਵਕਤ ਵੀ ਪਾਕਿਸਤਾਨ ਦੇ ਕਾਸ਼ਤਕਾਰ ਨੂੰ, ਲੇਕਿਨ ਦੇਖਣਾ ਹੈ ਕਿ ਉਹ ਹੁਕੂਮਤਾਂ ਆਪਣੇ ਕਾਸ਼ਤਕਾਰ ਨੂੰ ਕਿਸ ਤਰ੍ਹਾਂ ਸਪੋਰਟ ਕਰ ਰਹੀ ਹਨ। ਕਿ ਅੱਜ ਇੰਡੀਆ 15-16 ਹਜ਼ਾਰ ਰੁਪਏ ਦੀ ਯੂਰੀਆ ਲੈ ਕੇ ਆਪਣੇ ਕਾਸ਼ਤਕਾਰ ਨੂੰ, ਮੈਂ ਪਾਕਿਸਤਾਨੀ ਰੁਪਏ ਦੀ ਗੱਲ ਕਰ ਰਿਹਾ, ਅੱਜ ਵੀ ਉਹ 800-900 ਰੁਪਏ ਦੀ ਦੇ ਰਿਹਾ ਹੈ। ਡੀਏਪੀ ਉਹ ਬਾਹਰੋਂ 17,500 ਦੀ ਲੈ ਕੇ ਅੱਜ ਵੀ ਕੋਈ 4-4,500 ਰੁਪਏ ਦੀ ਆਪਣੇ ਕਾਸ਼ਤਕਾਰ ਪਾਕਿਸਤਾਨੀ ਰੁਪਏ ਉਹ ਦੇ ਰਿਹਾ ਹੈ, ਲੇਕਿਨ ਪਾਕਿस्तान ਵਿੱਚ ਐਸਾ ਨਹੀਂ ਹੈ। ਹੁਣ ਦੇਖਣਾ ਹੈ ਕਿ ਇਸ ਵਕਤ ਇੱਕ ਤਾਂ ਸ਼ਾਰਟੇਜ ਆ ਗਈ ਡੀਏਪੀ ਦੀ, ਬਹੁਤ ਜ਼ਿਆਦਾ ਫਾਸਫੋਰਸ ਖਾਦਾਂ ਦੀ ਸ਼ਾਰਟੇਜ ਆ ਗਈ, ਔਰ ਖਸੂਸਨ ਜਿਹੜਾ ਸਾਡੇ ਕੋਲ ਇੱਕ ਫੌਜੀ ਫਰਟੀਲਾਈਜ਼ਰ ਦਾ ਪਲਾਂਟ ਹੈ ਉਹ ਵੀ ਬੰਦ ਹੋ ਗਿਆ, ਕਿਉਂਕਿ ਉਸ ਦਾ ਰਾਅ ਮਟੀਰੀਅਲ ਰੌਕ ਫਾਸਫੇਟ ਬਾਹਰੋਂ ਆਉਣੀ ਸੀ, ਉਹ ਵੀ ਨਹੀਂ ਆ ਰਹੀ। ਸਾਨੂੰ ਇਸ ਤੇ ਬਹੁਤ ਪਹਿਲੇ ਕੰਮ ਕਰਨਾ ਚਾਹੀਦਾ ਸੀ। ਸਾਨੂੰ ਚਾਹੀਦਾ ਸੀ ਕਿ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਪਹਿਲੇ ਆਪਣੇ ਕੋਲੋਂ ਇਤਨਾ ਕਮ ਅਜ਼ ਕਮ ਸਾਡੇ ਕੋਲ ਸਟਾਕ ਹੋਵੇ ਕਿ ਕਮ ਅਜ਼ ਕਮ ਅਸੀਂ 1 ਸਾਲ ਦਾ ਚੱਲ ਜਾਈਏ। ਅਸੀਂ ਡੇ ਟੂ ਡੇ ਗੱਲ ਕਰ ਰਹੇ ਹਾਂ, ਸਾਡੀ ਕੋਈ ਪਾਲਿਸੀ ਨਹੀਂ ਹੈ ਜਿਹੜੀ ਪਾਲਿਸੀ ਸਾਡੀ 10 ਸਾਲਾ 15 ਸਾਲਾ 20 ਸਾਲਾ ਪਾਲਿਸੀ ਹੋਵੇ। दूसरा, इस वक्त काश्तकार वास्ते सब तो बड़ा मसला जो आ गया है वो इन्होंने रेटा से काश्तकार बर्दाश्त नहीं कर सकता, क्योंकि उसकी पैदावारी लागत इतनी ज्यादा बढ़ गई है, मध्य मुकाबले उसकी प्रोड्यूस का रेट कोई नहीं। किसी भी जगह ते काश्तकार की मुआशी हालत नहीं देखा जा रहा। ये नहीं देखा जा रहा कि काश्तकार ये अफोर्ड कर सकता या नहीं कर सकता। ये नहीं देखा जा रहा कि
ਕਾਸ਼ਤਕਾਰ ਨੂੰ ਉਹਦੀ ਪੈਦਾਵਾਰ ਦੀ ਲਾਗਤ ਬਸ ਮਿਲ ਰਹੀ ਹੈ ਜਾਂ ਨਹੀਂ ਮਿਲ ਰਹੀ। ਜਿੱਥੇ ਮੁxtਲਿਫ ਫਸਲਾਂ ਉੱਤੇ ਸਿਆਸਤ ਹੁੰਦੀ ਹੈ, ਕਿ ਚੀਨੀ ਉੱਤੇ ਪੋਲਿਟਿਕਸ ਹੁੰਦੀ ਹੈ, ਗੰਨੇ ਉੱਤੇ ਗੰਦਮ ਉੱਤੇ ਟੋਟਲ ਸਿਆਸਤ ਹੁੰਦੀ ਹੈ, ਟੋਟਲ ਬਹਿਸ ਹੁੰਦੀ ਹੈ, ਸਿਰਫ ਲਾ ਲਓ ਬਹਿਸ ਹੁੰਦੀ ਹੈ, ਪ੍ਰੈਕਟੀਕਲੀ ਕੋਈ ਕੰਪਨਸੇਟ ਨਹੀਂ ਕੀਤਾ ਗਿਆ ਬਿਲਕੁਲ ਹੀ। ਸਹੀ ਹੈ। ਬਲਕਿ ਉਹਦੇ ਕਿ IMF ਦੇ ਕਹਿਣ ਤੇ IMF ਦਾ ਪ੍ਰੈਸ਼ਰ ਹੈ। देखो ना, नसीरुल्लाह खान साहब ने बड़ी खूबसूरत गल की थी, और मैं भी ये चीज बहुत दफा कर चुका हूं कि अगर 2 बैग यूरिया इस्तेमाल करो तो एक DAP करो नाल एक पोटाश करो। मैं हमेशा ये गल करता रहा जी। पाकिस्तान दे विच ऐसा मुमकिन नहीं है। बैलेंस यूज ऑफ फर्टिलाइजर पाकिस्तान दे विच नहीं हो रही, जिस वजह नाल साडी पैदावार कम हो गई है। ਅੱਜ ਅਗਰ ਅਸੀਂ ਦੇਖੀਏ ਕਿ ਸਾਡੀ ਜ਼ਮੀਨ ਦੇ ਵਿੱਚ ਕੀ ਰਹਿ ਗਿਆ, ਸਾਡੀ ਜ਼ਮੀਨ ਇੱਕ ਤਾਂ ਇੱਥੇ ਗਰਮੀ ਬਹੁਤ ਹੈ ਜੀ, ਬਹੁਤ ਜ਼ਿਆਦਾ ਪਾਣੀ ਦੀ ਸ਼ਦੀਦ ਕਿੱਲਤ ਆ ਰਹੀ ਹੈ। अच्छा, ਇਹ ਇੱਕ ਬੜੀ ਅਲਾਰਮਿੰਗ ਪੋਜੀਸ਼ਨ ਹੈ। ਅਗਰ ਨਾਈਟ੍ਰੋਜਨ ਦੀ ਡੈਫੀਸ਼ੀਐਂਸੀ ਦੇਖੋ ਤੇ ਉਹ ਵੀ ਜ਼ੀਰੋ ਤੇ ਚਲੀ ਗਈ ਹੈ। ਯਾਨੀ ਸਾਨੂੰ ਇਸ ਵਕਤ ਤਾਂ ਬੈਠ ਕੇ ਸਾਨੂੰ ਕੁਝ ਐਸੀ ਪਾਲਿਸੀ ਬਣਾਉਣੀ ਚਾਹੀਦੀ ਹੈ ਕਿ ਕਾਸ਼ਤਕਾਰ ਨੂੰ ਵਿਨ-ਵਿਨ ਪੋਜੀਸ਼ਨ ਮਿਲੇ। ਦੇਖੋ ਨਾ, ਮੈਂ ਸਭ ਲੋਕ ਕਹਿੰਦੇ ਸਨ ਕਿ यूरिया ਦੇ ਪਲਾਂਟ ਅੱਜ ਸਾਡੇ ਕੋਲ ਅਗਰ ਲੱਗੇ ਹੋਏ ਸਨ ਪਲਾਂਟ ਤੇ ਅਲਹਮਦੁਲਿਲਾ ਅੱਲਾਹ ਤਬਾਰਕ व तआला ਸ਼ੁਕਰ ਹੈ ਕਿ ਸਾਡੇ ਕੋਲ ਯੂਰੀਆ ਮੌਜੂਦ ਹੈ। ਸਹੀ ਖੋਖਰ ਸਾਹਿਬ, ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਇਸ ਟਾਈਮ ਸਾਡੇ ਕੋਲ ਜੋ ਯੂਰੀਆ ਦੇ ਪਲਾਂਟ ਮੌਜੂਦ ਨੇ ਉਹਦੀ ਵਜ੍ਹਾ ਤੋਂ ਅਸੀਂ ਕਿਸੇ ਬਹੁਤ ਵੱਡੇ ਬੁਹਰਾਨ ਤੋਂ ਬਚ ਗਏ ਹਾਂ। ਲੇਕਿਨ ਮੈਂ ਇੱਥੇ ਨਾ ਖੋਖਰ ਸਾਹਿਬ, ਮੈਂ ਤਾਂ ਨਸੀਰੁल्लाह ਖਾਨ ਸਾਹਿਬ ਨੂੰ ਇੱਕ ਸਵਾਲ ਕਰਨਾ ਚਾਹਾਂਗਾ ਕਿ ਨਸੀਰੁल्लाह ਖਾਨ ਸਾਹਿਬ, ਇਹ ਦੱਸੋ ਕਿ ਕੀ ਵਜ੍ਹਾ ਹੈ ਕਿ ਸਾਡਾ ਪ੍ਰਾਈਵੇਟ ਸੈਕਟਰ ਜਿਹੜਾ ਹੈ ਉਹ ਇੱਕ ਵਕਤ ਆਇਆ ਸੀ ਜਦੋਂ ਬੜੀ ਤੇਜ਼ੀ ਦੇ ਨਾਲ ਖਾਦਾਂ ਦੇ ਪਲਾਂਟ ਲੱਗੇ, ਫਿਰ ਉਸ ਤੋਂ ਬਾਅਦ ਕਾਸਟਿੰਗ ਦਾ ਇਸ਼ੂ ਆਇਆ, ਗੈਸ ਦੀ ਦਸਤਿਆਬੀ ਦਾ ਇਸ਼ੂ ਆਇਆ, ਲੇਕਿਨ ਹੁਣ ਕਾਫੀ ਅਰਸੇ ਤੋਂ ਜਿਹੜੀ ਹਕੂਮਤ ਹੈ ਔਰ ਪ੍ਰਾਈਵੇਟ ਸੈਕਟਰ ਜਿਹੜਾ ਹੈ ਉਹ ਇਹਦੇ ਉੱਤੇ ਕੰਮ ਨਹੀਂ ਕਰ ਰਿਹਾ ਨਵੇਂ ਪਲਾਂਟ ਲਾਉਣ ਦੇ ਉੱਤੇ। देखिए सर, बिजनेस जी ऑर्गेनाइजेशंस ने ये हम वक्त इस अपॉर्चुनिटी लिए जड़ियाँ काम कर रही होंगे गवर्नमेंट के नाल मिल के भी नए बिजनेस एवेन्यूज़ खोलन लिए हम वक्त तैयार होंगे ने। प्रॉब्लम ये है गैस का, फर्टिलाइजर का, कि स्पैशली यूरिया या डैप या कोई भी खाद बनानी है कि वो बुनियादी रॉ मटीरियल जो नाइट्रोजन पैदा करनी है वो सूई गैस जी अवेलेबिलिटी है साढ़े को उन्हें करनी है। ਹੁਣ ਵਿਦ ਟਾਈਮ ਤੁਸੀਂ ਦੇਖਿਆ ਅਸੀਂ ਬਹੁਤ ਸਾਰੀ ਗੈਸ ਤੇ ਜਿਹੜੀ ਚੁੱਲ੍ਹਿਆਂ 'ਚ ਜਲਾ ਚੁੱਕੇ ਹਾਂ ਔਰ ਬੈਕ ਐਂਡ ਦੇ ਰਿਜ਼ਰਵਸ ਜਿਹੜੇ ਨੇ ਉਹਨਾਂ ਦੀ ਇਤਨੀ ਕੰਡੀਸ਼ਨਸ ਨਹੀਂ ਰਹਿ ਗਈਆਂ ਕਿ ਉਹ ਇੱਕ ਨया ਪਲਾਂਟ ਫਿਰ ਦੁਬਾਰਾ ਅਫੋਰਡ ਕਰਨ। ਹਾਂ, ਅਲਹਮਦੁਲਿਲਾ ਕੁਛ ਨਈ ਐਕਸਪਲੋਰੇਸ਼ਨਸ ਜਿਹੜੀਆਂ ਨੇ ਉਹ ਕੋਈ ਨਜ਼ਰ ਆ ਰਹੀਆਂ ਨੇ, ਕੁਛ ਆਉਣਗੀਆਂ, ਸ਼ਾਇਦ ਆਉਣ ਵਾਲੇ ਟਾਈਮ ਦੇ ਅੰਦਰ ਇਹਦੇ 'ਚ ਕੋਈ ਹੋਰ ਫਰਦਰ ਕੰਮ ਹੋ ਸਕੇ। ਐਸ ਫਾਰ ਐਸ ਨਾਈਟ੍ਰੋਜਨ ਦੀ ਰਿਕੁਆਇਰਮੈਂਟ ਜਿਹੜੀ ਹੈ ਇਸ ਵੇਲੇ ਤੱਕ ਤਾਂ ਸਰ ਅਸੀਂ ਪੂਰੀ ਕਰ ਰਹੇ ਹਾਂ ਯੂਰੀਆ ਦੀ ਜਾਂ ਕੈਲਸ਼ੀਅਮ ਅਮੋਨੀਅਮ ਨਾਈਟ੍ਰੇਟ ਜਿਹੜਾ ਅਸੀਂ ਇੱਕ ਦੂਸਰੀ ਸੋਰਸ ਹੈ ਨਾਈਟ੍ਰੋਜਨ ਦੀ ਬਣਾ ਰਹੇ ਹਾਂ। ਲੇਕਿਨ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਹਰ ਸਾਲ ਤਕਰੀਬਨ ਕੋਈ 5-6 ਮਿਲੀਅਨ ਲੋਕ ਇਸ ਮੁਲਕ 'ਚ ਐਂਟਰ ਹੋ ਰਹੇ ਨੇ, ਨਏ ਪੈਦਾ ਹੋ ਰਹੇ, ਔਰ ਉਸ ਵਜ੍ਹਾ ਦੇ ਨਾਲ ਗ੍ਰੈਜੂਅਲੀ ਜਿਹੜੀ ਫੂਡ ਦੀ ਸਿਕਿਉਰਿਟੀ ਹੈ ਜਾਂ ਫੂਡ ਦੀ ਡਿਮਾਂਡ ਜਿਹੜੀ ਉਹ 'ਤੇ ਪ੍ਰੈਸ਼ਰ ਜਿਹੜਾ ਉਹ ਕੰਟੀਨਿਊਸਲੀ ਵੱਧ ਰਿਹਾ ਵਾ। ਔਰ ਮੇਰਾ ਅੰਦਾਜ਼ਾ ਇਹ ਹੈ ਕਿ 4-5 ਸਾਲ ਦੇ ਬਾਅਦ ਸ਼ਾਇਦ ਜਿਹੜੀ ਐਗਜ਼ਿਸਟਿੰਗ ਸਾਡੀਆਂ ਕੈਪੈਸਿਟੀਜ਼ ਨੇ ਇਹ ਵੀ ਚੈਲੰਜ ਹੋਣਗੀਆਂ ਔਰ ਡਿਮਾਂਡ ਫॉर ਨਾਈਟ੍ਰੋਜਨ ਖਾਸ ਤੌਰ 'ਤੇ ਯੂਰੀਆ ਲਈ ਉਹ ਜਿਸ ਤਰ੍ਹਾਂ ਖਾਲਿਦ ਸਾਹਿਬ ਫਰਮਾ ਰਹੇ ਨੇ ਕਿ ਸਾਡਾ ਗਰਮ ਮੁਲਕ ਹੈਗਾ ਔਰ ਸੈਕੰਡਲੀ ਸਾਡੀਆਂ ਇਨਆਰਗੈਨਿਕ ਸੋਇਲਸ ਨੇ। ਪੂਰੀ ਦੁਨੀਆ ਦੇ ਅੰਦਰ ਅਗਰ ਦੇਖੋ ਤਾਂ ਬਹੁਤ ਸਾਰੀਆਂ ਜ਼ਮੀਨਾਂ ਆਰਗੈਨਿਕ ਹੁੰਦੀਆਂ ਜਿਹੜੀਆਂ ਐਗਨੀਸ਼ੀਅਸ ਐਕਸ਼ਨ ਤੋਂ ਬਣਦੀਆਂ। ਸਾਡੀਆਂ ਤਾਂ ਦਰਿਆ ਦੀਆਂ ਨਾਤੀਆਂ ਧੋਤੀਆਂ ਜਾਂ ਮਿੱਟੀਆਂ ਨੇ ਔਰ ਇੱਥੇ ਤਕਰੀਬਨ ਕੋਈ 99% ਆਰਗੈਨਿਕ ਮੈਟਰ ਨਹੀਂ ਹੈਗਾ। ਇਹਦਾ ਮਤਲਬ ਇਹ ਹੈ ਕਿ ਜਿੰਨੀ ਦੇਰ ਤੱਕ ਯੂਰੀਆ ਨਹੀਂ ਪਏਗਾ ਉਨੀ ਦੇਰ ਤੱਕ ਪਲਾਂਟ ਦਾ ਜਿਹੜਾ ਨਿਜ਼ਾਮ ਹੈ ਉਹ ਨਹੀਂ ਚੱਲਦਾ ਔਰ ਉਸ ਵਜ੍ਹਾ ਦੇ ਨਾਲ ਇਸ ਮੁਲਕ ਲਈ ਨਾਈਟ੍ਰੋਜਨ ਦੀ ਜ਼ਰੂਰਤ ਬਹਿਰਲ ਹੈ। देखने लिए ये भी दुआ करनी चाहिए कि अल्लाह ताला को मेहरबानी करे और इतने कोई गैस के फर्दर अगर जखायर जड़ी मिल जाए तो वो फर्दर होर प्लांट लाना तो कोई ऐसा इतना बड़ा इशू नहीं है। सही। अच्छा खालिद खोखर साहब, तो ये दसो कि कीमतां दी गल तुसीं बहुत दफ़ा कीती है कि इंडिया दे नाल मुआजना भी करदे हो, लोकल मार्केट जिहड़ी है वो हमेशा जिहड़ी है उपर नूं जा रही हुंदी है। की वजह है कि साड़ी हुकूमत एक जानब तो बड़ा कहड़ लैंदी है कि असीं बहुत बड़ी सबसिडी दे रहे हैं खादां ते, एक तो साढ़े नाज़रीन नूं दसो कि जिहड़ी हुकूमत दावा करती है, कोई भी हुकूमत आती है कहती है किसान नूं सबसिडी दे रहे हैं खाद के उत्ते, उसकी असल हकीकत की है, और दूसरा जिहड़ी इस टाइम कीमतां चल रही ने मार्केट दे विच ओह की जा रही ने। तो इस चीज़ से बड़ा मैं शोर पाना है कि साड़ी कॉस्ट ऑफ प्रोडक्शन ज़्यादा है जी।
ਦੇਖੋ ਨਾ, ਅਗਰ ਕਾਸ਼ਤਕਾਰ ਬੈਲੈਂਸ ਯੂਜ਼ ਆਫ ਫਰਟੀਲਾਈਜ਼ਰ ਕਰੇ ਔਰ ਆਪਣੀ ਪ੍ਰੋਡਿਊਸ ਨੂੰ ਸੇਲ ਕਰਕੇ ਉਸ ਨੂੰ ਨਫੇ ਦੀ ਬਜਾਏ ਨੁਕਸਾਨ ਹੋਵੇ, ਪੂਰੀ ਦੁਨੀਆ ਦੇ ਵਿੱਚ ਐਗਰੀਕਲਚਰ ਇੱਕ ਸਬਸਿਡਾਈਜ਼ ਸਬਜੈਕਟ ਹੈ। ਯਾਨੀ ਕਿ ਹਰ ਮੁਲਕ, ਤਰੱਕੀ ਯਾਫਤਾ ਮੁਲਕ ਜਿੱਥੇ ਪੈਦਾਵਾਰ ਵੀ ਸਾਡੇ ਤੋਂ ਜ਼ਿਆਦਾ ਹੈ, ਉਹ ਵੀ ਆਪਣੇ ਐਗਰੀਕਲਚਰ ਉੱਤੇ ਇੱਕ ਹੈਵਲੀ ਉਸ ਨੂੰ ਸਬਸਿਡਾਈਜ਼ ਕਰਦੇ ਨੇ। ਪਾਕਿਸਤਾਨ ਦੀ ਕਿਸੇ ਕਿਸਮ ਦੀ ਕੋਈ ਸਬਸਿਡੀ ਨਹੀਂ ਹੈ। ਅਗਰ ਤੁਸੀਂ ਹੁਣ ਡੀਏਪੀ ਦੀ ਗੱਲ ਹੋ ਰਹੀ ਹੈ, ਡੀਏਪੀ ਬਾਹਰੋਂ ਆਉਂਦੀ ਆ ਕੇ ਸੇਲ ਹੋ ਜਾਂਦੀ, ਕਬਜ਼ੇ ਤੇ ਹਕੂਮਤ ਦੀ ਕੋਈ ਸਬਸਿਡੀ ਨਹੀਂ ਹੈ, ਬਲਕਿ ਉੱਤੇ ਕੋਈ ਥੋੜੀ ਬਹੁਤ ਐਕਸਾਈਜ਼ ਡਿਊਟੀ, ਕੁਝ ਟੈਕਸਸ ਹੈ, ਇਹਦੇ ਸਬਸਿਡੀ ਕੋਈ ਨਹੀਂ ਹੈ ਬਿਲਕੁਲ ਹੀ। ਅਸੀਂ ਕਾਸਟ ਆਫ ਪ੍ਰੋਡਕਸ਼ਨ ਸਾਨੂੰ ਜਦ ਤੱਕ ਦੁਨੀਆ ਨਾਲ ਲੈਵਲ ਪਲੇਇੰਗ ਫੀਲਡ ਨਹੀਂ ਮਿਲੇਗਾ, ਅਸੀਂ ਦੁਨੀਆ ਦਾ ਮੁਕਾਬਲਾ ਕਿਸ ਤਰ੍ਹਾਂ ਕਰ ਸਕਦੇ ਹਾਂ। ਇੱਕ ਦੂਸਰਾ, ਜਿਹੜਾ ਕਾਸ਼ਤਕਾਰ ਦਾ ਕਾਰੋਬਾਰ ਹੈਗਾ, ਇਹ ਉਹਦਾ ਕਾਰੋਬਾਰ ਹੈ, ਬਿਜ਼ਨਸ ਹੈ ਕਾਸ਼ਤਕਾਰ ਦਾ ਵੀ। ਅਗਰ ਉਸਨੂੰ ਐਂਡ ਦੇ ਉੱਤੇ ਕੁਛ ਹੈ ਬੱਚੇ ਨਾ, ਬਲਕਿ ਉਹਨੂੰ ਨੁਕਸਾਨ ਹੋਵੇ, ਉਹਨੂੰ ਆਪਣੀ ਮੱਝਾਂ ਵੇਚਣੀਆਂ ਪਵਣ, ਗਾਵਾਂ ਵੇਚਣੀਆਂ ਪਵਣ, ਬੱਚਿਆਂ ਦਾ ਜ਼ੇਵਰ ਵੇਚਣਾ ਪਵੇ ਜਾਂ ਜ਼ਮੀਨ ਵੇਚਣੀ ਪਵੇ, ਔਰ ਉਸ ਤੋਂ ਬਾਅਦ ਜਾ ਕੇ ਕਾਸ਼ਤਕਾਰੀ ਕਰ ਸਕੇ, ਉਹ ਕਿਸ ਤਰ੍ਹਾਂ ਅਰਸਾ ਕਾਸ਼ਤਕਾਰੀ ਕਰੇਗਾ। ਇਹੀ ਵਜ੍ਹਾ ਹੈ ਕਿ ਬਹੁਤ ਸਾਰੇ ਲੋਕ ਕਾਸ਼ਤਕਾਰੀ ਦੇ ਵਿੱਚੋਂ ਨਿਕਲ ਰਹੇ ਨੇ। ਇਹੀ ਵਜ੍ਹਾ ਹੈ ਕਿ ਤੁਹਾਡੇ ਮੁਲਕ ਵਿੱਚ ਜਿਹੜਾ ਕਿ ਬਹੁਤ ਹੀ ਇੱਕ ਭਿਆਨਕ ਕੰਮ ਹੋ ਰਿਹਾ ਕਿ ਕਾਲੋਨੀਜ਼ ਬਣ ਰਹੇ, ਲੋਕ ਜ਼ਮੀਨਾਂ ਸੇਲ ਕਰ ਰਹੇ ਨੇ, ਉੱਥੇ ਕਾਲੋਨੀਜ਼ ਬਣ ਰਹੀ ਗ੍ਰੀਨ ਲੈਂਡ ਖਤਮ ਹੋ ਰਹੀ ਹੈ ਜੀ ਦੁਨੀਆ। ਜੀ ਦੁਨੀਆ ਦੇ ਵਿੱਚ ਐਸਾ ਨਹੀਂ ਹੈ, ਇਸ ਤਰ੍ਹਾਂ ਕਾਲੋਨੀਆਂ ਨਹੀਂ ਬਣ ਸਕਦੀਆਂ, ਜ਼ਰਾਈ ਰਕਬੇ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਤੁਹਾਨੂੰ ਤਾਂ ਚਾਹੀਦਾ ਸੀ, ਜਿਸ ਤਰ੍ਹਾਂ ਹੁਣੇ ਨਸੀਰੁੱਲਾ ਖਾਨ ਸਾਹਿਬ ਆਬਾਦੀ ਦੀ ਗੱਲ ਕਰ ਰਹੇ ਸਨ ਕਿ 5-6 ਬਿਲੀਅਨ ਐਡ ਕਰ ਰਹੇ ਹਾਂ, ਯਾਨੀ ਕਿ ਹਰ ਸਾਲ ਅਸੀਂ ਇੱਕ ਨਏ ਮੁਲਕ ਜਿਤਨੀ ਆਬਾਦੀ ਐਡ ਕਰ ਰਹੇ ਹਾਂ, ਨਿਊਜ਼ੀਲੈਂਡ ਜਾਂ ਸਿੰਗਾਪੁਰ ਜਿਤਨੀ ਆਬਾਦੀ ਐਡ ਕਰ ਰਹੇ। ਸਾਨੂੰ ਤਾਂ ਚਾਹੀਦਾ ਸੀ ਕਿ ਅਸੀਂ ਆਪਣੀ ਪਰ ਏਕੜ ਪੈਦਾਵਾਰ बढ़ाते, गैर आबाद रकबे आबाद करते, और ਉਹਨੂੰ ਪਰ ਏਕੜ ਪੈਦਾਵਾਰ ਕਰਾਉਣ ਵਾਸਤੇ ਜਿਹੜਾ ਸਭ ਤੋਂ ਪਹਿਲਾ ਟੂਲ ਹੈ ਉਹ ਬੈਲੈਂਸ ਯੂਜ਼ ਆਫ ਫਰਟੀਲਾਈਜ਼ਰ ਹੈ। ਔਰ ਬੈਲੈਂਸ ਯੂਜ਼ ਆਫ ਫਰਟੀਲਾਈਜ਼ਰ ਉਸ ਵਕਤ ਹੀ ਹੋ ਸਕਦੀ ਹੈ ਜਦ ਕਾਸ਼ਤਕਾਰ ਨੂੰ ਅਵੇਲੇਬਲ ਵੀ ਹੋਵੇ ਤੇ ਸਹੀ ਰੇਟ ਤੇ ਹੋਵੇ, ਜਿਹੜਾ ਰੇਟ ਉਹ ਅਫੋਰਡ ਕਰ ਸਕੇ। ਦੇਖੋ ਨਾ, ਹਕੂਮਤ ਦੇ ਉਹ ਲੋਕ ਆ ਕੇ ਸਾਡੇ ਰੇਟ ਤੈਅ ਕਰਦੇ ਨੇ ਜਿਨ੍ਹਾਂ ਨੂੰ ਪਤਾ ਹੀ ਕੋਈ ਨਹੀਂ, ਜਿਹਨਾਂ ਜ਼ਮੀਨ ਤੇ ਕਦੀ ਕਦਮ ਨਹੀਂ ਰੱਖਿਆ, ਜਿਹੜੇ ਕਦੀ ਖੇਤ ਵਿੱਚ ਗਿਆ ਹੀ ਨਹੀਂ ਹੈ, ਜਿਨ੍ਹਾਂ ਨੇ ਕਦੀ ਕਾਸ਼ ਨਹੀਂ ਕੀਤੀ, ਜਿਨ੍ਹਾਂ ਨੂੰ ਪਤਾ ਹੀ ਕੋਈ ਨਹੀਂ ਜ਼ਰਾਅਤ ਕੀ ਹੈ, ਜਿਨ੍ਹਾਂ ਨੂੰ ਪਤਾ ਹੀ ਕੋਈ ਨਹੀਂ ਗੰਦਮ ਕੀ ਹੈ। ਹੁਣ ਤੁਹਾਡੇ ਸਾਹਮਣੇ ਜਿਹੜਾ ਸਾਡੇ ਨਾਲ 2-3 ਸਾਲ ਤੋਂ ਗੰਦਮ ਵਿੱਚ ਜੋ ਹਸ਼ਰ ਹੋ ਰਿਹਾ ਹੈ, ਔਰ ਇਸ ਤੋਂ ਬਾਅਦ ਜੋ ਫੂਡ ਡਿਪਾਰਟਮੈਂਟ ਨੇ ਜੋ ਕੁਛ ਸਾਡੇ ਨਾਲ ਕੀਤਾ ਹੈ, ਨਲਾਇਕੀ ਔਰ ਨਾਅਹਲੀ ਦੀ ਉਹਨਾਂ ਦੀ ਇੰਤਹਾ ਹੈ ਕਿ ਕੋਈ ਸਿਸਟਮ ਬਣਾ ਕੇ ਆਪਣਾ ਚਲਾ ਨਹੀਂ ਸਕੇ, ਬਜਾਏ ਕਿ ਉਹਨਾਂ ਨੂੰ ਫਾਇਰ ਕੀਤਾ ਜਾਂਦਾ। ਔਰ ਸਾਡੇ ਤੇ ਹੁਕਮਰਾਨੀ ਕਰ ਸਾਡੇ ਘਰਾਂ ਦੇ ਵਿੱਚ ਅਸੀਂ ਆਪਣੇ ਵਾਸਤੇ ਰੱਖੀ ਗੰਦਮ, ਸਾਡੇ ਸਾਲ ਦੇ ਖਰਚੇ ਨੇ ਉਹ ਜ਼ਬਰਦਸਤੀ ਚੁੱਕਣ ਵਾਸਤੇ ਆ ਰਹੇ ਨੇ, ਥ੍ਰੈਡ ਨਾਲ ਕਰ ਰਹੇ ਨੇ ਕਿ ਅਸੀਂ 3000 ਰੁਪਏ ਰੇਟ ਦੇਵਾਂਗੇ। ਯਾਨੀ ਦੁਨੀਆ ਦੇ ਵਿੱਚ ਕੋਈ ਮੁਲਕ ਮੈਨੂੰ ਦੱਸ ਦਿਓ ਜਿਹੜਾ ਇਸ ਤਰ੍ਹਾਂ ਚੱਲ ਰਿਹਾ ਹੋਵੇ, ਕੋਈ ਇੱਕ ਮੁਲਕ ਦੁਨੀਆ, ਪੂਰੀ ਦੁਨੀਆ ਦੇ ਵਿੱਚ ਨਹੀਂ। ਇੱਥੇ ਤਾਂ ਕੋਈ ਕਾਨੂੰਨ ਨਹੀਂ ਹੈ। IMF ਨੇ ਕਿਹਾ ਡੀਰੈਗੂਲੇਟ ਕਰ ਦਿਓ, ਅਸੀਂ ਆਪ ਨਹੀਂ ਕੀਤਾ ਜੀ, ਐਂਡ ਟੂ ਐਂਡ ਡੀਰੈਗੂਲੇਟ ਕਰ ਦਿਓ, ਲੇਕਿਨ ਕਿਸੇ ਨੇ ਉਹਨੂੰ ਡੀਰੈਗੂਲੇਟ ਨਹੀਂ ਕੀਤਾ, ਉਹਨੂੰ ਰੈਗੂਲੇਟ ਕਰਨ ਤੇ ਆ ਜਾਂਦੇ ਨੇ। ਅਸੀਂ ਹੁਣ ਵੀ ਕਰ ਰਹੇ ਹਾਂ ਕਿ ਅਗਰ ਉਹਨੂੰ ਡੀਰੈਗੂਲੇਟ ਕੀਤਾ ਤਾਂ ਉਹਨੂੰ ਸਹੀ ਤਰੀਕੇ ਨਾਲ ਡੀਰੈਗੂਲੇਟ ਰਹਿਣ ਦਿਓ, ਫਿਰ ਦੁਨੀਆ ਨਾਲ ਅਸੀਂ ਜਾ ਕੇ ਕੰਪੀਟੀਸ਼ਨ ਕਰੀਏ। ਬਈ ਸਾਨੂੰ ਦੁਨੀਆ ਨਾਲ ਕਾਸਟ ਆਫ ਪ੍ਰੋਡਕਸ਼ਨ 'ਚ ਲੈਵਲ ਪਲੇਇੰਗ ਫੀਲਡ ਹੋਵੇ। ਅੱਜ ਸਾਡਾ ਬਿਜਲੀ ਦਾ ਰੇਟ ਦੇਖੋ, ਖਾਦਾਂ ਦਾ ਰੇਟ ਦੇਖੋ, ਯਾਨੀ ਅੱਛਾ ਤੁਸੀਂ ਅੰਦਾਜ਼ਾ ਕਰੋ ਕਿ ਜਿਹੜਾ ਸਾਡਾ ਅਬਿਆਨਾ ਹੁੰਦਾ ਸੀ ਨਾ 70-80 ਰੁਪਏ ਪਰ ਏਕੜ, ਉਹ ਪਤਾ ਹੈ ਕਿਤਨਾ ਜੀ 1000 ਰੁਪਏ ਪਰ ਏਕੜ। ਯਾਨੀ ਕਈ ਸੌ ਗੁਣਾ ਸਾਡੀ ਚੀਜ਼ਾਂ बढ़ा ਦਿੱਤੀਆਂ ਗਈਆਂ। ਸਹੀ। ਅੱਛਾ, ਇਹ ਆਪਣੇ ਵਾਸਤੇ ਜਦ ਬਰਾਤ ਉੱਥੇ IMF ਕੋਈ ਨਹੀਂ ਹੈ, ਸਪੀਕਰ ਦੀ ਤਨਖਾਹ ਦੇਖ ਲਵੋ, MNC ਦੇਖ ਲਓ, MPS ਦੇਖ ਲਓ, ਚੇਅਰਮੈਨ ਸੈਨੇਟ ਦੀ ਦੇਖ ਲਵੋ, ਮੈਂ ਕਹਿ ਰਿਹਾ ਕਿ ਸਾਡੇ ਜੱਜਸ ਦੀ ਬਰਾਤ ਦੇਖ ਲਵੋ। ਹੁਣ ਦੇਖਣਾ ਤਾਂ ਇਹ ਚਾਹੀਦਾ ਨਾ ਕਿ ਇੰਟਰਨੈਸ਼ਨਲ ਰੈਂਕਿੰਗ ਹੋਣੀ ਚਾਹੀਦੀ ਹੈ